ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਵੀ ਸਾਡੇ ਸੱਦੇ ਤੇ ਤੁਸੀਂ ਸਾਰੇ ਇੱਥੇ ਹਾਜ਼ਰ ਹੋਏ ਹੋ। ਤੇ ਕੱਲ ਮੈਂ ਸ਼ਾਮ ਨੂੰ ਇੱਥੇ ਅੰਮ੍ਰਿਤਸਰ ਪਹੁੰਚ ਗਿਆ ਸੀਗਾ, ਬਟ ਕੁਝ ਉੱਥੇ ਚੰਡੀਗੜ੍ਹ ਵੀ ਮੀਂਹ ਪੈ ਗਿਆ ਥੋੜਾ। ਮੈਂ ਚੀਫ ਸੈਕਟਰੀ ਸਾਹਿਬ ਨੂੰ ਵੀ ਮਿਲਣਾ ਸੀਗਾ, ਕੁਝ ਮੀਟਿੰਗਸ ਡਿਲੇ ਹੋਣ ਕਰਕੇ ਸਾਡਾ ਥੋੜਾ ਸ਼ੈਡਿਊਲ ਮੈਂ ਫਿਰ ਅੱਜ ਹੀ ਫਾਰਮਲੀ ਜੁਆਇਨ ਕਰ ਪਾਇਆ। ਸੋ ਕੱਲ ਜੁਆਇਨ ਕਰਨ ਤੋਂ ਪਹਿਲਾਂ ਮੈਂ ਦਰਬਾਰ ਸਾਹਿਬ ਮੱਥਾ ਟੇਕਿਆ, ਬਲੈਸਿੰਗਸ ਲਿੱਤੀ। ਦੁਰਗਿਆਨਾ ਮੰਦਿਰ ਵੀ ਮੈਂ ਗਿਆ, ਉੱਥੋਂ ਤੋਂ ਵੀ ਬਲੈਸਿੰਗਸ ਲਿੱਤੀਆਂ ਨੇ, ਕਿਉਂਕਿ ਇਹ ਹੋਲੀ ਸਿਟੀ ਦੇ ਵਿੱਚ ਜਿਹੜਾ ਹੈਗਾ ਕੰਮ ਨੂੰ ਮੈਨੂੰ ਲੱਗਦਾ ਵਰਸ਼ਿਪ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਸੋ ਮੈਂ ਬੜਾ ਹੀ ਆਪਣੇ ਆਪ ਨੂੰ ਭਾਗਿਆਸ਼ਾਲੀ ਸੁਭਾਗਿਆਵਾਨ ਸਮਝਦਾ ਵੀ ਗੁਰੂ ਦੀ ਨਗਰੀ ਨੂੰ ਦੀ ਸੇਵਾ ਕਰਨ ਲਈ ਮੈਨੂੰ ਮੌਕਾ ਮਿਲਿਆ। ਸੋ ਬਰੀਫਲੀ ਮੈਂ ਆਪਣਾ ਥੋੜ੍ਹਾ ਜਿਹਾ ਬੈਕਗਰਾਊਂਡ ਤੁਹਾਨੂੰ ਦੱਸਣਾ ਚਾਹਾਂਗਾ। ਮੈਂ ਬਿਲੋਂਗ ਕਰਦਾ ਗੰਗਾਨਗਰ ਡਿਸਟ੍ਰਿਕਟ ਰਾਜਸਥਾਨ ਨੂੰ, ਐਂਡ ਆਈ ਐਮ ਮੈਰਿਡ ਇਨ ਪੰਜਾਬ। My wife, she is Joint Commissioner Income Tax. She is of 2011 batch ਤੇ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਨੇ, ਤਾਂ ਮੇਰੇ ਸਹੁਰੇ ਹੁਸ਼ਿਆਰਪੁਰ ਨੇ। ਸੋ ਪੰਜਾਬ ਇਜ਼ ਕਾਈਂਡ ਆਫ ਅ ਹੋਮ ਕਾਰਡਰ ਫॉर ਮੀ। ਸਕੂਲਿੰਗ ਮੇਰੀ ਸਾਰੀ ਗੰਗਾਨਗਰ ਤੋਂ ਹੀ ਹੋਈ ਹੈ। ਉਸ ਤੋਂ ਬਾਅਦ ਮੇਰੀ ਗ੍ਰੈਜੂਏਸ਼ਨ ਕਿਰੋੜੀਮਲ ਕਾਲਜ ਦਿੱਲੀ ਤੋਂ ਮੈਂ ਜੋਗ੍ਰਾਫੀ ਆਨਰਸ 'ਚੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ। ਉਸ ਤੋਂ ਬਾਅਦ ਮੈਂ MBA ਕੀਤੀ ਆਪਣੀ ਨਾਰਸੀ ਮੋਂਜੀ ਇੰਸਟੀਟਿਊਟ ਆਫ ਮੈਨੇਜਮੈਂਟ ਸਟੱਡੀਜ਼ ਮੁੰਬਈ ਤੋਂ। ਫਿਰ ਮੈਂ ਪ੍ਰਾਈਵੇਟ ਸੈਕਟਰ ਨਾਲ ਕੰਮ ਕੀਤਾ। 3 ਸਾਲ ਮੈਂ ਜੌਬ ਕਰ ਰਿਹਾ ਸੀਗਾ ਕੋਟਕ ਮਹਿੰਦਰਾ ਗਰੁੱਪ ਦੇ ਨਾਲ ਐਟ ਦੇਅਰ ਕਾਰਪੋਰੇਟ ਹੈੱਡਕੁਆਟਰ ਇਨ ਮੁੰਬਈ, ਐਂਡ 2 ਸਾਲ ਮੈਂ ਦਿੱਲੀ ਦੇ ਵਿੱਚ ਕੋਟਕ ਮਹਿੰਦਰਾ ਗਰੁੱਪ ਨਾਲ ਹੀ ਜੌਬ ਕੀਤੀ। ਫਿਰ ਦੈਨ ਇਨ 2009 ਆਈ ਜੁਆਇਨਡ ਇਨ ਦੀ ਇੰਡੀਅਨ ਰੈਵਨਿਊ ਸਰਵਿਸ। ਪਹਿਲਾਂ ਮੇਰਾ ਸਿਲੈਕਸ਼ਨ IRS 'ਚ ਹੋਇਆ, ਐਂਡ ਸਬਸੀਕੁਐਂਟਲੀ ਇਨ 2010 ਬੈਚ ਮੈਨੂੰ IAS ਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ, ਐਂਡ ਆਈ ਗੋਟ ਐਲੋਕੇਟਡ ਟੂ ਪੰਜਾਬ ਕਾਡਰ। ਸਟਾਰਟਿੰਗ ਮੇਰੀ SDM ਤੋਂ ਲੈ ਕੇ ਮਿਊਨਿਸਪਲ ਕਮਿਸ਼ਨਰ ਲੁਧਿਆਣਾ ਤੱਕ ਮੈਂ ਲੁਧਿਆਣਾ ਡਿਸਟ੍ਰਿਕਟ 'ਚ ਹੀ ਪੋਸਟਡ ਰਿਹਾ। ਉੱਥੇ ਹੀ SDM ਸਮਰਾਲਾ, SDM ਪਾਇਲ, ਦੈਨ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਫਿਰ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਮੈਂ ਉੱਥੇ ਸਰਵ ਕੀਤਾ। ਉਸ ਤੋਂ ਬਾਅਦ ਐਜ਼ ਫਸਟ ਡਿਸਟ੍ਰਿਕਟ ਮੈਂ DC ਬਠਿੰਡਾ ਪੋਸਟਡ ਰਿਹਾ। ਬਠਿੰਡੇ ਤੋਂ ਬਾਅਦ ਆਈ ਬਿਕੇਮ DC ਐਟ ਬਰਨਾਲਾ, ਦੈਨ ਆਈ ਬਿਕੇਮ DC ਐਟ ਸੰਗਰੂਰ, ਦੈਨ DC ਐਟ ਜਲੰਧਰ। ਸੋ ਇਹ 4 ਡਿਸਟ੍ਰਿਕਟ 'ਚ ਮੈਨੂੰ ਬਤੌਰ DC ਸੇਵਾ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਲਾਸਟ ਈਅਰ ਮੇਰੀ ਜੁਲਾਈ ਦੇ ਵਿੱਚ ਪੋਸਟਿੰਗ ਹੋ ਗਈ ਬਤੌਰ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈਜ਼। ਮੇਰੀ ਚੰਡੀਗੜ੍ਹ ਪੋਸਟਿੰਗ ਹੋ ਗਈ। ਸੋ ਵੀ ਆਰ ਆਲ ਸੈਟਲਡ ਦੇਅਰ, ਐਂਡ ਹੁਣ ਜਿਹੜਾ ਹੈਗਾ ਮੈਨੂੰ ਗੁਰੂ ਦੀ ਨਗਰੀ ਦਾ ਸੇਵਾ ਕਰਨ ਦਾ ਮੌਕਾ ਮਿਲਾ। ਆਈ ਐਮ ਬੈਕ ਇਨ ਦੀ ਫੀਲਡ। ਸੋ ਬੀਇੰਗ ਐਂਡ ਮੈਨੂੰ ਜਿਹੜਾ ਇਹ ਤਜਰਬੇ ਦਾ ਮੌਕਾ ਮਿਲਿਆ, ਇਸ ਕਰਕੇ ਕਾਫੀ ਸਾਰੇ ਆਫਿਸਰਸ ਮੇਰੇ ਨਾਲ ਆਲਰੇਡੀ ਜੌਬ ਕਰ ਚੁੱਕੇ ਨੇ। ਹਰਪ੍ਰੀਤ ਜਿਹੜੇ ADC ਜਨਰਲ ਸੀਗੇ, ਇਹ ਮੇਰਾ ਅੰਡਰ ਟ੍ਰੇਨੀ IAS ਆਫਿਸਰ ਸੀਗਾ ਜਦੋਂ ਮੈਂ DC ਜਲੰਧਰ ਸੀਗਾ। ਸੋ ਹੀ ਵਾਜ਼ ਮਾਈ ਅੰਡਰ ਟ੍ਰੇਨੀ। ਮਨਕਮਲ ਵੀ ਮੇਰਾ ਬਤੌਰ SDM ਸਰਵ ਕਰ ਚੁੱਕਾ ਹੈ ਮੇਰੇ ਨਾਲ। ਇਹ ਬਰਨਾਲੇ ਅਸੀਂ 2 ਜ਼ਿਲ੍ਹਿਆਂ 'ਚ ਵੀ ਹੈਵ ਸਰਵ ਟੂਗੇਦਰ, ਬਠਿੰਡਾ ਐਂਡ ਬਰਨਾਲਾ। ਸੋ ਵੀ ਹੈਵ ਸਰਵ ਟੂਗੇਦਰ। ਸੋ ਅ ਲੋਟ ਆਫ ਦੀ ਆਫਿਸਰਸ ਜਿਹੜੇ ਹੁਣ ਇੱਥੇ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ, ਦੇ ਹੈਵ ਵਰਕਡ ਵਿਦ ਮੀ। ਸੋ ਮੈਨੂੰ ਲੱਗਦਾ ਹੈ ਇਹਨਾਂ ਦੇ ਸਾਰਿਆਂ ਦੀ ਸਪੋਰਟ ਸਦਕਾ ਐਂਡ ਮੀਡੀਆ ਦੇ ਸਹਿਯੋਗ ਸਦਕਾ ਅਸੀਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਬਾਕੀ ਜਿੱਦਾਂ ਗੌਰਮੈਂਟ ਦੇ ਫਲੈਗਸ਼ਿਪ ਪ੍ਰੋਗਰਾਮ ਰਹਿੰਦੇ ਨੇ, ਸੋ ਇੱਕ ਤਾਂ ਮੈਂ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਲੈ ਕੇ ਜਿਸ ਡਿਸਟ੍ਰਿਕਟ 'ਚ ਵੀ ਪੋਸਟਡ ਰਿਹਾ, ਮੈਂ ਬੜਾ ਪਰਸਨਲੀ ਫੋਲੋ ਅਪ ਲਿੱਤਾ, ਕਿਉਂਕਿ ਮੈਂ ਸਮਝਦਾ ਕਿ ਦੇਖੋ ਜੀ DC ਜਾਂ ਕਿਸੇ ਹੋਰ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਫੁੱਟਫਾਲ ਰਹਿੰਦਾ ਹੈ ਉਹ 10% ਬੰਦੇ ਤੁਹਾਨੂੰ ਪਰਸਨਲੀ ਮਿਲ ਪਾਉਂਦੇ ਨੇ। 90% ਕੋਈ ਵੀ ਸ਼ਹਿਰ ਦੇ ਵਿੱਚ ਜਿਸ ਨੂੰ ਵੀ ਨੋਰਮਲ ਗੌਰਮੈਂਟ ਦੇ ਨਾਲ ਇੰਟਰੈਕਸ਼ਨ ਹੈ ਉਹ ਸੇਵਾ ਕੇਂਦਰ ਅਤੇ ਫਰਦ ਕੇਂਦਰ ਦੇ ਵਿੱਚ ਹੁੰਦਾ। ਜੇਕਰ 100 ਬੰਦਾ ਘਰੋਂ ਤੁਰਦਾ ਹੈ ਵੀ ਗੌਰਮੈਂਟ ਦੇ ਨਾਲ ਕੁਝ ਕੰਮ ਹੈ, ਤਾਂ 90 ਵਿਲ ਐਂਡ ਐਟ ਸੇਵਾ ਕੇਂਦਰ ਐਂਡ PLRS। ਉੱਥੋਂ ਦੀ ਪੈਂਡੈਂਸੀ ਨੂੰ ਜੇਕਰ ਤੁਸੀਂ ਰੂਟੀਨ ਦੇ ਵਿੱਚ ਲੋਐਸਟ ਰੱਖੋ, ਐਂਡ ਜਿਹੜਾ ਮੰਨ ਲਓ ਕਿਸੇ ਸਰਵਿਸ ਦੇ ਵਿੱਚ 15 ਦਿਨਾਂ ਦਾ ਸਮਾਂ ਹੈ, ਕਿਸੇ ਦੇ ਵਿੱਚ 30 ਦਿਨਾਂ ਦਾ ਸਮਾਂ ਉਹ ਮਿਲ ਜਾਵੇ, ਅਤੇ ਤੁਹਾਡੇ ਕੋਲ ਸ਼ਾਇਦ ਆਉਣ ਦੀ ਲੋੜ ਹੀ ਨਾ ਪਵੇ। ਸੋ ਇਸ ਕਰਕੇ ਪੈਂਡੈਂਸੀ ਨੂੰ ਲੈ ਕੇ ਆਈ ਹੈਵ ਬੀਨ ਵੈਰੀ ਸੀਰੀਅਸ ਇਨ ਐਵਰੀ ਡਿਸਟ੍ਰਿਕਟ, ਕਿਉਂਕਿ ਮੈਨੂੰ ਚਾਹੁੰਦਾ ਵੀ ਇਹ ਸਿਸਟਮ ਸ਼ੁੱਡ ਡਿਲੀਵਰ ਰੈਦਰ ਦੈਨ ਬੰਦਾ ਆ ਕੇ ਕਿਸੇ ਵੀ ਆਫਿਸ ਦੇ ਵਿੱਚ ਅਪਰੋਚ ਕਰੇ। ਉਸ ਤੋਂ ਇਲਾਵਾ ਜਿਹੜੇ ਹੈਗੇ ਰੂਟੀਨ ਦੇ ਕੰਮ ਤਾਂ ਚਲੋ ਚੱਲਦੇ ਹੀ ਰਹਿੰਦੇ ਆ, ਬਟ ਹਰੇਕ ਗੌਰਮੈਂਟ ਦੇ ਆਪਣੇ ਫਲੈਗਸ਼ਿਪਸ ਪ੍ਰੋਗਰਾਮ ਹੁੰਦੇ ਨੇ। ਹੁਣ ਜਿੱਦਾਂ ਇੱਥੇ ਮੁਹੱਲਾ ਕਲੀਨਿਕਸ, ਆਮ ਆਦਮੀ ਕਲੀਨਿਕਸ ਜਿਹੜੇ ਹੈਗੇ ਉਹ ਗੌਰਮੈਂਟ ਦਾ ਫਲੈਗਸ਼ਿਪ ਪ੍ਰੋਗਰਾਮ ਹੈ। ਵੱਖ-ਵੱਖ ਡਿਪਾਰਟਮੈਂਟਸ ਦੇ ਹੁਣ ਪਿੱਛੇ ਵੀ DCs ਦਾ ਰਿਵਿਊ ਵੀ ਹੋਇਆ। ਇੰਸੀਡੈਂਟਲੀ ਮੈਂ ਆਪਣੇ ਡਿਪਾਰਟਮੈਂਟ ਦੀ ਸਾਈਡ ਤੋਂ ਉੱਥੇ ਹਾਜ਼ਰ ਸੀਗਾ। ਸੋ ਕਾਫੀ ਸਾਰੇ ਜਿੱਦਾਂ ਹੁਣ ਮੈਂ ਫੂਡ ਡਿਪਾਰਟਮੈਂਟ ਦੀ ਗੱਲ ਕਰਾਂ ਤੇ ਇੱਕ ਤਾਂ ਡੀਨੋਵੋ ਸਰਵੇ ਚੱਲ ਰਿਹਾ। ਹੁਣ ਆਟਾ ਦਾਲ ਕਾਰਡ ਜਿਹੜੇ ਕਹਿ ਲਓ ਸਮਾਰਟ ਕਾਰਡ ਸੀਗੇ ਉਹ ਸਾਰਿਆਂ ਦਾ ਹੁਣ ਦੁਬਾਰਾ ਤੋਂ ਰੀਵੈਰੀਫਿਕੇਸ਼ਨ ਹੋ ਰਹੀ ਸੀ।
क्योंकि जिहड़ी पिछे वेरीफिकेशन हुई उस दे विच कुछ शिकायतां आईयां भी ये ठीक नहीं है, गलत कार्ड कट्टे गए। हुण सीएम साहब ने अनाउंस किया है कि मे बी तुहाडा अक्टूबर एंड दे विचों डिनोवो सर्वे चालू हो जाना है। जिन्ने कार्ड ने NFSA दे वो सारे दे सारे एक बार स्टैंड बाय ते रहणगे, जिहड़े हैगे वो तो सिस्टम दे विच, बट फ्रैश सर्वे चालू होना है एंड सारे जिहड़ा हैगा इहदा प्रोसैस नूं नवे सिरे तो कंप्लीट किया जाऊगा। इस टाइम असी इन द मिडल ऑफ प्रोक्योरमेंट सीजन है, सो जिहड़ा झोने की लिफ्टिंग कराना बड़ी इंपॉर्टेंट है अक्रॉस पंजाब। प्रोक्योरमेंट इज़ एन इंपॉर्टेंट इशू। सो ये चारे चल रहे हैं। बाकी फ्लड्स नूं लैके कंपनसेशन चल रहा है। तुहाडे NHAI के प्रोजेक्ट्स ने, परसों गडकरी साहब भी आ रहे हैं टू रिव्यू दी दिल्ली कटरा, इत्थे उन्हां दे भी विजिट है। शायद उस विजिट दे विच CM साहब भी होण, जिहड़ी इंटीमेशन प्रायर आई है। सो एंड बाकी जिहड़ा हैगा कुछ जिहड़े इशूज़ होंदे ने वो डिस्ट्रिक्ट स्पैसिफिक होंदे ने। सो हुण तक जिहड़ी मैनूं इन्फॉर्मेशन दित्ती गई है भी अमृतसर दे विच यूनिटी मॉल का इशू है। एक इशू चल रहा है इत्थे कि अमृतसर नूं लॉन्ग टर्म दे विच डेवलपिंग अमृतसर एज ए वैडिंग डेस्टिनेशन इज़ ऑल्सो गवर्नमेंट दे तरजीह 'च है। अमृतसर नूं किद्दां एक वैडिंग डेस्टिनेशन भी बनाया जाए ताकि इत्थे टूरिज़म होर वधे ते शहर नूं इनकम आवे। ये भी है। इत्थे जिहड़ा राम तीरथ मिशन है उत्थे भी जिहड़ा है डेवलपमेंट दी है, कुछ डेवलपमेंट प्रोजेक्ट्स चल रहे हैं। वाल्मीकि उत्सव जिहड़ा प्रगट दिवस नूं लैके फंक्शन होंदा है, शोभा यात्रा निकलती, तो कुछ शहर नूं लैके जिहड़े शहर स्पैसिफिक डिस्ट्रिक्ट स्पैसिफिक प्रोजेक्ट्स होंदे ने उन्हां नूं भी तरजीह देना, गवर्नमेंट दे डेवलपमेंटल प्रोजेक्ट्स नूं रिव्यू करना, ये सारिਆਂ ਨੂੰ ਅਸੀਂ प्रायोरिटी ते लैंगे। एंड जिन्हां नूं भी तरजीह देना, गवर्नमेंट दे डेवलपमेंटल प्रोजेक्ट्स नूं रिव्यू करना, ये सारिਆਂ ਨੂੰ ਅਸੀਂ प्रायोरिटी ते लैंगे। एंड दिस इज़ द फर्स्ट टाइम मेरी पोस्टिंग हुई है बॉर्डर डिस्ट्रिक्ट्स दे विच। सो बॉर्डर डिस्ट्रिक्ट दे विच होर बॉर्डर विलेजेस की डेवलपमेंट, बॉर्डर इशूज़ नूं लैके भी जिहड़ा हैगा वो फोकस किया जाऊगा। सो दीज आर जिहड़ा मेरा एक बार टॉप ऑफ द माइंड जिहड़ी रिकॉल मैं कर सकदा, ये हैगे इशूज़। बाकी जिद्दां जिद्दां एज आई सैटल इन टू द जॉब होर इशूज़ आते हैं, सो वी विल टेक दैम ऑन प्रायोरिटी। सो बिकॉज अज मैं जस्ट जॉइन किया है, मैं भी रिव्यू कर रहा, मैं भी वक्-वक् ऑफिसर्स नूं बुला के की डेवलपमेंटल प्रोजेक्ट्स चल रहे हैं उन्हां दा रिव्यू कर रहा। जिद्दां जिद्दां मैनूं होर आइडिया रहेगा, सो आई विल डेफिनेटली बी मोर फोकस्ड ऑन डैट। तुहाडे तो भी इनपुट्स मीडिया तो मिलते रहेंगे मैनूं। एंड इंसीडेंटली आई हैड दी प्रिविलेज टू सर्व इन जलंधर विच इज़ कॉल्ड द मीडिया कैपिटल ऑफ पंजाब। सो बड़ा ब्यूरो चीफ्स नाल एंड इनफैक्ट दी ओनर्स ऑफ द वेरीअस एस्टैबलिशमेंट मेरा बड़ा उत्थे इंटरैक्शन रहा। सो तुहाडे भी कोई इशूज़ कोई टेकअप करने होए तो आई वुड लाइक टू टेकअप ऑन अ पर्सनल फ्रंट ऑल्सो। सो बहुत बहुत धन्यवाद तुहाडा एंड आई लुक फॉरवर्ड टू ऑल द सपोर्ट ऑफ यू पीपल टू मेक माई स्टेंट पर्सनली सक्सैसफुल एंड सक्सैसफुल फॉर द सिटी ऑल्सो। सर मेन कुछ इशू ने दरबार साहब के आसपास से पार्किंग का एक बहुत बड़ा इशू है, सड़क तंग ने और इनक्रोचमेंट बहुत ज़्यादा है। तो अमृतसर का नाम लेता जी उससे की करोगे जी। सो कल भी मैं जो गया, सो जिहड़े इनफॉर्मेशन ऑफिस उत्थे हैगा SGPC का, सो दे असिस्टेड अस, उन्होंने साडी विजिट भी कराई। कुछ इशूज़ उन्होंने साफ सफाई नूं लैके मैनू दसे गए। सो वो मैं मुनसिपल कमिश्नर नूं कन्वे किए कि वो कहते बैक साइड सफाई नूं लैके कुछ इशू उन्होंने पॉइंट आउट किया। एक और उन्होंने इशू मेरे ध्यान दे विच लाया, कहते अजकल उत्थे बैगरी एंड सम सॉर्ट ऑफ स्कैंडल भी वो आ रहा है। वो भी अज मैं उन्होंने कहा भी मैं CP साहब के ध्यान दे विच लावांगा। पार्किंग नूं भी लैके ये जिहड़ा इशू है मेनली मुनसिपल कमिश्नर वालों डील होना। सो वी विल टेक अप जिहड़े भी इशूज़ दरबार साहब एंड आले दुआले दे एरिया नूं लैके हैगे। सो इन्हां नूं सो अगेन ये इशू मैं समझदा कि इज़ रिलेटेड टू कॉरपोरेशन। एक कॉरपोरेशन स्मार्ट सिटी नूं लैके असीं जरूर करावांगे। 30 तरीक नूं जिहड़ा गुरु रामदास जी दे इत्थे बड़ा नगर कीर्तन भी निकलना, वो भी उन्होंने अप्राइज़ किया, उन्होंने मैनूं सद्दा भी दिता है। सो ये इशू भी असी डेफिनेटली कॉरपोरेशन के नाल कुछ फार्मर्स पैसे लै गए ने, उन्होंने जमीन नहीं दी, ਉਹਦੇ ਵਿੱਚ ਲੈ ਕੇ ਹਾਈ ਕੋਰਟ भी चले गए जी। सो ऑफ हैंड तो मैं ज़्यादा कमेंट तो नहीं करा पाऊँगा, बट गोइंग बाय माई एक्सपीरियंस फ्रॉम जलंधर आई नो, क्योंकि ये कंपनसेशन दे विच कुछ इशूज़ आते हैं। कई बार काला दे अवार्ड तो सैटिस्फाइड नहीं होंगे, फिर तुहाडे आर्बिट्रेशन च जाते हैं, आर्बिट्रेटर के अवार्ड चो भी मोस्ट लाइकली सैटिस्फाई हो गए ने।
ਕਈ ਵਾਰ ਇਦਾਂ ਦੇ ਵੀ ਇਸ਼ੂਜ਼ ਆਏ ਹੈ ਕਿ ਆਰਬਿਟਰੇਟਰ ਦੇ ਅਵਾਰਡ ਤੋਂ ਇੱਕ ਪਾਰਟੀ ਸੈਟੀਸਫਾਈ ਹੋ ਗਈ ਲੇਕਿਨ 5 ਪਾਰਟੀ ਜਿਹੜੀ ਪਹਿਲਾਂ ਸੈਟੀਸਫਾਈ ਹੋ ਗਈ ਉਹ ਨਾਰਾਜ਼ ਹੋ ਗਏ. So there are multiple issues related to NHAI compensation. We will have a comprehensive look at it. In any case, the Union Minister is for Road Transport and Highways is coming. So ਸਾਨੂੰ ਇਹਦੇ ਵਿੱਚ ਅਗਲੇ 2 ਦਿਨ ਤੱਕ ਕਾਫੀ ਡਿਟੇਲ ਦੇ ਵਿੱਚ we will see ਕਿ NHAI ਦੇ ਕੀ issues ਨੇ. But I am told ਕਿ ਜਿਹੜਾ ਆਫ ਐਂਡ ਬਿਕੋਜ਼ ਸਾਨੂੰ ਸਟੇਟ ਲੈਵਲ ਦੀ ਵੀ ਇਨਫੋਰਮੇਸ਼ਨ ਰੱਖਦੀ ਕਿ ਗੁਰਦਾਸਪੁਰ ਐਂਡ ਤਰਨਤਾਰਨ ਦੇ ਵਿੱਚ ਹੋਰ ਵੀ ਜ਼ਿਆਦਾ ਇਸ਼ੂਜ਼ ਨੇ NHAI ਨੂੰ ਲੈ ਕੇ. ਰਿਲੇਟਿਵਲੀ ਅੰਮ੍ਰਿਤਸਰ ਦੇ ਵਿੱਚ ਪੋਜੀਸ਼ਨ ਲੈਵਲਸ ਆਰ ਬੈਟਰ. ਸੋ ਮੈਂ ਦੇਖ ਲਾਂਗਾ ਬਿਕੋਜ਼ ਮੈਂ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਕਹਿੰਦੇ ਲਗਭਗ 350 ਕਿਲੋਮੀਟਰ ਦਾ ਜਿਹੜਾ ਸਟ੍ਰੈਚ ਹੈ ਆਫ ਐਂਡ ਫॉर ਦੀ ਦਿੱਲੀ ਕਟਰਾ ਉਹਨੂੰ ਵੀ ਰਿਵਿਊ ਕਰਾਂਗੇ. ਲਗਭਗ 90 ਤੋਂ 100 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਨਕੋਦਰ ਦੇ ਆਸ-ਪਾਸ ਤੋਂ ਤੁਹਾਡੀ ਅੰਮ੍ਰਿਤਸਰ ਕਨੈਕਟੀਵਿਟੀ ਸਪੈਸ਼ਲ ਨਿਕਲਦੀ ਉਸ ਚੀਜ਼ ਨੂੰ ਵੀ ਰਿਵਿਊ ਕਰਾਂਗੇ ਐਂਡ ਵੀ ਵਿਲ ਟਰਾਈ ਟੂ ਬੈਸਟ. ਇੱਕ ਮੈਨੂੰ ਦੱਸਿਆ ਗਿਆ ਕਿਉਂਕਿ ਇੱਥੇ SDM 2 ਦੀ ਪੋਸਟ ਕੁਝ 6 ਮਹੀਨੇ ਤੋਂ ਖਾਲੀ ਸੀਗੀ ਜਿਹੜੇ ਹੁਣ ਨਿਕਾਸ ਜੀ ਦੀ ਪੋਸਟਿੰਗ ਹੋ ਗਈ ਹੈ ਉਹਦੇ ਕਰਕੇ ਵੀ ਕੰਪਨਸੇਸ਼ਨ ਐਨਹਾਂਸ ਹੋ ਕੇ ਪੋਜੀਸ਼ਨ ਨੂੰ ਵਧਾਇਆ ਜਾਏਗਾ. ਪਟਵਾਰੀਆਂ ਦੀ ਜਿਹੜੀ ਹੜਤਾਲ ਹੋ ਰਹੀ ਹੈ ਅੱਜ ਤੱਕ ਆਮ ਪਬਲਿਕ ਨੂੰ ਦਿੱਕਤ ਆ ਰਹੀ ਹੈ ਲਈ ਕੀ ਰਣਨੀਤੀ ਹੈ ਸਰਕਾਰ ਦੀ? ਦੇਖੋ ਜੀ ਪਟਵਾਰੀਆਂ ਦੀ ਹੜਤਾਲ ਦਾ ਸੋ ਮੈਂ ਤਾਂ ਤੁਹਾਨੂੰ ਸਟੇਟ ਲੈਵਲ ਦਾ ਡੇਟਾ ਵੀ ਦੱਸ ਸਕਦਾ ਕਿ ਜਦੋਂ ਮੈਂ ਜਲੰਧਰ ਸੀਗਾ ਤੇ 401 ਪਟਵਾਰ ਸਰਕਲ ਪਿੱਛੇ ਉੱਥੇ 78 ਪਟਵਾਰੀ ਸੀਗੇ. ਕਿਤੇ ਨਾ ਦੁਆਬਾ ਡਿਸਟ੍ਰਿਕਟਸ ਹੈਡ ਈਵਨ ਦੀ ਲੈਸਰ ਨੰਬਰ ਆਫ ਪਟਵਾਰੀਜ਼ ਇਨ ਦੇ ਸੈਂਕਸ਼ਨਡ ਪੋਸਟ ਦੇ ਅਗੇਂਸਟ. ਸੋ ਅੰਮ੍ਰਿਤਸਰ ਆਈ ਐਮ ਯੈਟ ਟੂ ਸੀ ਦੋਜ਼ ਨੰਬਰਸ ਬਟ ਆਈ ਬਿਲੀਵ ਉੱਥੇ ਇੱਥੋਂ ਦੇ ਪਟਵਾਰੀਜ਼ ਦੇ ਨੰਬਰ ਐਟਲੀਸਟ ਜਲੰਧਰ ਤੋਂ ਬੈਟਰ ਹੋਣਗੇ ਕਿਉਂਕਿ ਮੈਨੂੰ ਪਤਾ ਜਲੰਧਰ ਸਭ ਤੋਂ ਘੱਟ ਪਟਵਾਰੀ ਸੀਗੇ. ਉਹਦੇ ਵਿੱਚ ਅਸੀਂ ਦੇਖਾਂਗੇ ਕਿ ਜਿੱਥੇ ਤੁਹਾਡੇ ਇੰਤਕਾਲ ਜਾਂ ਹੋਰ ਸਰਵਿਸਿਜ਼ ਸਭ ਤੋਂ ਜ਼ਿਆਦਾ ਕਿਉਂਕਿ ਇੱਕ ਇਹਨਾਂ ਦੀ ਡਿਮਾਂਡ ਹੈ ਅਸੀਂ ਵਾਧੂ ਸਰਕਲ ਦੇ ਵਿੱਚ ਕੰਮ ਨਹੀਂ ਕਰਨਾ. ਸੋ ਪਹਿਲਾਂ ਤਾਂ ਅਸੀਂ ਇਹ ਦੇਖੀਏ ਵੀ ਜਿਹੜੀ ਸਾਡੀ ਐਗਜ਼ਿਸਟਿੰਗ ਰਿਸੋਰਸ ਹੈ ਇੱਕ ਨਾ ਪ੍ਰਿੰਸੀਪਲ ਹੁੰਦਾ ਦੇਰ ਇਜ਼ ਸਮਥਿੰਗ ਕਾਲਡ ਪਰੀਟੋ ਪ੍ਰਿੰਸੀਪਲ ਕਿ 20% ਬੰਦੇ 80% ਕੰਮ ਕਰਦੇ ਨੇ. ਸੋ ਜੇਕਰ ਸਾਡੇ ਕੋਲ 20% ਸਟਾਫ ਹੈਗਾ 30% ਹੈ ਵਟਐਵਰ ਇਜ਼ ਦੈਟ ਨੰਬਰ ਪੁੱਟ them ਵੇਅਰ ਜਿੱਥੇ ਸਭ ਤੋਂ ਜ਼ਿਆਦਾ ਫੁੱਟਫਾਲ ਹੈ ਪਹਿਲਾਂ ਤਾਂ ਉਹ ਕੰਮ ਕਰਾ ਕੇ ਤਾਂ ਕਿ ਐਟਲੀਸਟ ਤੁਸੀਂ 80-90% ਤੱਕ ਕਰਾਓ. ਬਾਕੀ ਜਿਹੜਾ ਮੇਰੇ ਕੋਲ ਆਫ ਹੈਂਡ ਬਰੀਫ ਇਹ ਹੈਗੀ ਕਿ ਪਟਵਾਰੀ ਜਿਹੜੇ ਨਵੇਂ ਭਰਤੀ ਹੋਏ ਨੇ ਉਹਨਾਂ ਦਾ ਵੀ ਹੁਣ ਫਾਈਨਲ ਐਗਜ਼ਾਮ ਸਟੇਜ ਤੇ ਚੱਲ ਰਿਹਾ ਕੰਮ ਉਹ ਵੀ ਸਾਡੇ ਕੋਲ ਡਿਪਲਾਈ ਹੋ ਜਾਣਗੇ. ਇੱਕ ਕੋਈ ਪ੍ਰਪੋਜ਼ਲ ਗਈ ਹੋਈ ਹੈ ਆਊਟਸੋਰਸਿੰਗ ਦੇ ਬੇਸ ਤੇ ਵੀ ਰੱਖਣ ਦੀ ਉਹ ਵੀ ਸ਼ਾਇਦ FCR ਸਾਹਿਬ ਦੇ ਥਰੂ ਫਾਈਨਲ ਡਿਸੀਜਨ ਤੇ ਹੈ ਕਿਉਂਕਿ ਵਿੱਚੇ ਮੈਨੂੰ ਕੁਝ ਇਹ ਕਨਵੇ ਕੀਤਾ ਗਿਆ ਸੀਗਾ ਕਿ ਆਊਟਸੋਰਸਿੰਗ ਬਿਯੋਂਡ ਯੋਰ ਰਿਟਾਇਰਮੈਂਟ ਦੇ ਉੱਤੇ ਕੁਝ ਰੋਕ ਲੱਗੀ ਹੋਈ ਹੈ. ਸੋ ਉਹ ਵੀ ਦੱਸਿਆ ਗਿਆ ਸ਼ਾਇਦ ਉਹ ਵੀ ਰਿਜ਼ੋਲਵ ਹੋ ਜਾਵੇ ਤਾਂ ਵੀ ਵਿਲ ਟਰਾਈ ਟੂ ਰਿਜ਼ੋਲਵ ਜਿਹੜਾ ਇਸ ਇਸ਼ੂ ਕਰਕੇ ਲੋਕਾਂ ਨੂੰ ਪ੍ਰੋਬਲਮ ਫੇਸ ਕਰਨਾ.